ਪ੍ਰਾਈਮ ਵਿਮਨ ਦੇ ਗੱਲਾਂ ਵਿੱਚੋਂ ਗੱਲ ਕੜੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ। ਆਸ ਕਰਦੇ ਹਾਂ ਤੁਸੀਂ ਜਿੱਥੇ ਵੀ ਹੋਵੋਗੇ ਤੰਦਰੁਸਤ ਹੋਵੋਗੇ, ਰਾਜੀ ਖੁਸ਼ੀ ਹੋਵੋਗੇ। ਅੱਜ ਜਿਹੜੀ ਗੱਲ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹਾਂ, ਹੁਣੇ ਬਰੈਂਪਟਨ ਦੇ ਵਿੱਚੋਂ ਇੱਕ ਮੰਦਭਾਗੀ ਖਬਰ ਆਈ ਆ ਕਿ 20 ਸਾਲਾ ਅੰਤਰਰਾਸ਼ਟਰੀ ਵਿਦਿਆਰਥਣ ਜੋ 1 ਮਹੀਨੇ ਪਹਿਲਾਂ ਹੀ ਭਾਰਤ ਤੋਂ ਕੈਨੇਡਾ ਪੜ੍ਹਨ ਆਈ ਸੀ, ਖੁਸ਼ਨੀਤ ਕੌਰ, ਉਹਨਾਂ ਦੇ ਬਾਰੇ 'ਚ ਮੰਦਭਾਗੀ ਖਬਰ ਇਹ ਆ ਕਿ ਉਹਨਾਂ ਨੇ ਡਿਪਰੈਸ਼ਨ ਦੇ ਚੱਲਦਿਆਂ ਖੁਦਕੁਸ਼ੀ ਕਰ ਲਈ। ਇਸ ਵਿਸ਼ੇ ਦੇ ਉੱਤੇ ਗੱਲ ਕਰਨਾ ਜ਼ਰੂਰੀ ਆ ਕਿਉਂਕਿ ਕਈ ਵਾਰੀ ਅਸੀਂ ਸੋਚਦੇ ਹਾਂ ਕਿ ਭਾਰਤ ਬੈਠੇ ਜਾਂ ਪੰਜਾਬ ਬੈਠੇ ਸਾਡੇ ਆਪਣਿਆਂ ਨੂੰ ਨਾ ਪਤਾ ਲੱਗ ਜਾਏ ਜਾਂ ਉਹਨਾਂ ਨੂੰ ਕਿਉਂ ਅਸੀਂ ਚਿੰਤਾ 'ਚ ਪਾਉਣਾ। ਸੋ ਜਿਹੜੇ ਵੀ ਭੈਣ ਭਰਾ ਆਉਣਾ ਚਾਹੁੰਦੇ ਨੇ, ਬੋਰੀਆ ਬਿਸਤਰ ਬੰਨੀ ਬੈਠੇ ਆ, ਉਹਨਾਂ ਲਈ ਕਿੰਨੀ ਮਾਨਸਿਕ ਤਿਆਰੀ ਖਿੱਚ ਕੇ ਆਉਣਾ ਜ਼ਰੂਰੀ ਆ, ਇਹਦੇ ਬਾਰੇ 'ਚ ਗੱਲਬਾਤ ਜ਼ਰੂਰ ਕਰਾਂਗੇ ਤਾਂ ਕਿ ਅਸੀਂ ਬਹੁਤੀਆਂ ਦਿੱਕਤਾਂ ਤੋਂ ਬਚ ਸਕੀਏ। ਸਭ ਤੋਂ ਪਹਿਲਾਂ ਤਾਂ ਜਿਹੜੇ ਭੈਣ ਭਰਾ ਸਾਡੇ ਅੱਜ ਤੋਂ 20 ਸਾਲ ਪਹਿਲਾਂ ਜਾਂ 30 ਸਾਲ ਪਹਿਲਾਂ ਜਾਂ 10 ਸਾਲ ਪਹਿਲਾਂ ਆਏ ਆ ਅਤੇ ਜਿਹੜੇ ਭੈਣ ਭਰਾ ਸਾਡੇ ਹੁਣ ਆ ਰਹੇ ਆ, ਉਹਨਾਂ ਦੀ ਦੌੜ ਵੱਖਰੀ ਆ ਕਿਉਂਕਿ ਰਿਸੈਸ਼ਨ ਦੇ ਸਾਲ ਚੱਲ ਰਹੇ ਨੇ, ਰਿਸੈਸ਼ਨ ਆ ਰਿਹਾ, ਕੰਮ ਘੱਟ ਮਿਲ ਰਹੇ ਨੇ। ਅਤੇ ਕਈ ਵਾਰੀ ਅਸੀਂ ਇੱਥੇ ਆ ਕੇ ਜਦੋਂ ਅਸੀਂ ਪੰਜਾਬ ਤੋਂ ਜਾਂ ਭਾਰਤ ਤੋਂ ਤੁਰਦੇ ਹਾਂ, ਜਹਾਜ਼ 'ਚ ਬੈਠਣ ਤੋਂ ਬਾਅਦ ਜਿਹੜੀ 20-25 ਘੰਟਿਆਂ ਦੀ ਜਿਹੜੀ ਤੁਹਾਡਾ ਸਫ਼ਰ ਆ, ਉਹਦੇ 'ਚ ਹੀ ਤੁਹਾਨੂੰ ਮਹਿਸੂਸ ਹੋਣ ਲੱਗ ਜਾਂਦਾ ਕਿ ਹੁਣ ਇਕੱਲੇ ਹਾਂ ਅਸੀਂ ਜਹਾਜ਼ 'ਚ। ਉਦੋਂ ਪਹਿਲਾਂ ਤਾਂ ਸਾਰਿਆਂ ਨੇ ਮਿਲ ਕੇ ਤੁਹਾਨੂੰ ਏਅਰਪੋਰਟ ਤੱਕ ਛੱਡਣ ਆਏ ਸੀ। ਉੱਥੋਂ ਫਿਰ ਤੁਹਾਡੇ 20-25 ਘੰਟਿਆਂ ਦੇ ਵਿੱਚ ਹੀ ਤੁਸੀਂ ਆਪਦੇ ਮਨ ਦੇ ਵਿੱਚ ਇਕੱਲਾ ਮਹਿਸੂਸ ਕਰਨ ਲੱਗ ਜਾਂਦੇ ਹੋ। ਕਈ ਵਾਰੀ ਦਿਮਾਗ ਦੇ ਵਿੱਚ ਜਿਹੜੀਆਂ ਗੱਲਾਂ ਚੱਲਦੀਆਂ ਨੇ ਅਸੀਂ ਸਾਂਝੀਆਂ ਨਹੀਂ ਕਰਦੇ। ਫਿਰ ਇੱਥੇ ਉਤਰ ਕੇ ਜਦੋਂ ਬਿਲਕੁਲ ਅਸੀਂ ਸਲੋ ਸਪੀਡ ਤੋਂ ਹਾਈ ਸਪੀਡ ਦੀ ਜ਼ਿੰਦਗੀ ਦੇ ਵਿੱਚ ਉਤਰ ਜਾਂਦੇ ਹਾਂ ਅਤੇ ਫਿਰ ਇੱਥੇ ਆ ਕੇ ਜਿਹੜੇ ਨਵੇਂ ਚੈਲੰਜ ਆਉਣੇ ਆ, ਜਿਨ੍ਹਾਂ ਲਈ ਅਸੀਂ ਮੈਂਟਲੀ ਤਿਆਰ ਨਹੀਂ ਹੈਗੇ ਉੱਥੇ, ਜਾਂ ਸਾਡੀਆਂ ਭੈਣਾਂ ਜਿਨ੍ਹਾਂ ਨੂੰ ਘਰੇ ਸਪੋਰਟ ਹੋਈ ਆ ਜਾਂ ਉਹਨਾਂ ਦੇ ਕੰਮਕਾਰ ਕਰਨ ਦੇ ਵਿੱਚ ਉਹਨਾਂ ਦੇ ਭਰਾਵਾਂ ਨੇ ਜਾਂ ਡੈਡੀ ਨੇ ਜਾਂ ਫੈਮਿਲੀ ਮੈਂਬਰਸ ਨੇ ਮਦਦ ਕੀਤੀ ਹੁੰਦੀ ਆ, ਤਾਂ ਜਦੋਂ ਉਹ ਆ ਕੇ ਇੱਥੇ ਇੱਕਦਮ ਇਕੱਲਾ ਮਹਿਸੂਸ ਕਰਦੇ ਨੇ ਤਾਂ ਕਈ ਇਹੋ ਜਿਹੀਆਂ ਮਾਨਸਿਕ ਪਰੇਸ਼ਾਨੀਆਂ ਜਿਹੜੀਆਂ ਉਹ ਆਪਣੇ ਘਰਦਿਆਂ ਨੂੰ ਦੱਸਦੇ ਨਹੀਂ। ਅਤੇ ਕਈ ਵਾਰੀ ਜਿਹੜੇ ਮਾਪੇ ਆ ਉਹਨਾਂ ਨੂੰ ਵੀ ਇਸ ਚੀਜ਼ ਦਾ ਇਲਮ ਹੀ ਨਹੀਂ ਹੁੰਦਾ ਕਿ ਬੱਚੇ ਦੀ ਪੂਰੇ ਦਿਨ ਦਾ ਉੱਥੇ ਸਕੈਜੂਅਲ ਕੀ ਆ। ਇੱਕਦਮ ਬੱਚਾ ਚਲਿਆ ਗਿਆ, ਅਸੀਂ ਕਹਿ ਦਿੰਦੇ ਹਾਂ ਕਿ ਕੈਨੇਡਾ ਦੇ ਵਿੱਚ ਆਹ ਵਾਲੀਆਂ ਯੂਨੀਵਰਸਿਟੀਆਂ 'ਚ ਸਾਡਾ ਬੱਚਾ ਪੜ੍ਹ ਰਿਹਾ, ਇੰਗਲੈਂਡ 'ਚ ਜਾ ਕੇ ਪੜ੍ਹ ਰਿਹਾ, ਅਮਰੀਕਾ 'ਚ ਜਾ ਕੇ ਪੜ੍ਹ ਰਿਹਾ, ਪਰ ਉਹਦਾ ਪੂਰੇ ਦਿਨ ਦਾ ਸਕੈਜੂਅਲ ਕੀ ਆ, ਉਹਨੂੰ ਕੰਮ ਮਿਲ ਗਿਆ ਜਾਂ ਨਹੀਂ ਮਿਲ ਗਿਆ। ਇਹ ਛੋਟੀਆਂ-ਛੋਟੀਆਂ ਗੱਲਾਂ ਜਿਹੜੀਆਂ ਸਾਨੂੰ ਮਾਨਸਿਕ ਪਰੇਸ਼ਾਨੀ ਦਿੰਦੀਆਂ ਨੇ, ਅਤੇ ਜੇ ਕੋਈ ਸੁਣਨ ਵਾਲਾ ਨਾ ਹੋਵੇ ਜਾਂ ਜਿਹਦੇ ਨਾਲ ਅਸੀਂ ਸਾਂਝੀਆਂ ਨਾ ਕਰ ਸਕਦੇ ਹੋਈਏ ਤਾਂ ਡਿਪਰੈਸ਼ਨ ਜਿਹੜਾ ਹੈਗਾ ਉਹ ਇਹੀ ਇਸ ਕੇਸ ਦੇ ਵਿੱਚ ਸਾਹਮਣੇ ਆਇਆ ਕਿ ਉਹ ਡਿਪਰੈਸ਼ਨ ਦਾ 1 ਮਹੀਨੇ ਦੇ ਅੰਦਰੋਂ ਉਹਨਾਂ ਨੂੰ ਡਿਪਰੈਸ਼ਨ ਹੋ ਗਿਆ। ਸੋ ਜਿਹੜੀਆਂ ਵੀ ਸਾਡੀਆਂ ਛੋਟੀਆਂ ਭੈਣਾਂ ਪੰਜਾਬ ਦੇ ਵਿੱਚ ਆਇਲਸ ਕਰਕੇ ਤਿਆਰੀ ਦੇ ਵਿੱਚ ਨੇ ਕਿ ਅਸੀਂ ਜਾਣਾਗਾ, ਉਹਨਾਂ ਲਈ ਮਾਨਸਿਕ ਤਿਆਰੀ ਖਿੱਚ ਕੇ ਰੱਖਣੀ ਬਹੁਤ ਜ਼ਰੂਰੀ ਆ। ਸਪੈਸ਼ਲੀ ਸਾਡੀਆਂ ਕੁੜੀਆਂ ਇੱਥੇ ਆ ਕੇ ਕਿਹੋ ਜਿਹੇ ਚੈਲੰਜ ਆਉਂਦੇ ਆ। ਬੇਸ਼ੱਕ ਸਾਡੇ ਭਰਾਵਾਂ ਲਈ ਵੀ, ਸਾਡੇ ਛੋਟੇ ਭਰਾਵਾਂ ਲਈ ਵੀ ਚੈਲੰਜ ਸੇਮ ਨੇ, ਪਰ ਭੈਣਾਂ ਦੀ ਗੱਲ ਮੈਂ ਇਸ ਕਰਕੇ ਕਰ ਰਹੀ ਹਾਂ ਜਾਂ ਸਾਡੀਆਂ ਛੋਟੀਆਂ ਭੈਣਾਂ ਦੀ ਗੱਲ ਇਸ ਕਰਕੇ ਕਰ ਰਹੀ ਹਾਂ ਕਿਉਂਕਿ ਕਈ ਵਾਰੀ ਸਾਨੂੰ ਉਹ ਚੈਲੰਜ ਦਾ ਪਤਾ ਹੀ ਨਹੀਂ ਹੁੰਦਾ ਅਤੇ ਇੱਥੇ ਆ ਕੇ ਸਾਨੂੰ ਲੱਗਦਾ ਕਿ ਅਸੀਂ ਕਿਤੇ ਗਲਤ ਡਿਸੀਜ਼ਨ ਤਾਂ ਨਹੀਂ ਲੈ ਲਿਆ ਜਾਂ ਆਹ ਵਾਲੀਆਂ ਦਿੱਕਤਾਂ ਦਾ ਤਾਂ ਸਾਨੂੰ ਪਤਾ ਹੀ ਨਹੀਂ ਸੀ। ਇਹਨਾਂ ਗੱਲਾਂ ਦੇ ਜ਼ਰੀਏ ਹੀ ਮੈਂ ਚਾਹੁੰਦੀ ਹਾਂ ਕਿ ਸਾਡੇ ਪੰਜਾਬ 'ਚ ਬੈਠੇ ਜਾਂ ਭਾਰਤ 'ਚ ਬੈਠੇ ਜੋ ਵੀ ਇਸ ਪ੍ਰੋਗਰਾਮ ਨੂੰ ਦੇਖ ਰਹੇ ਆ ਜਾਂ ਸਾਡੀਆਂ ਛੋਟੀਆਂ ਭੈਣਾਂ ਆਉਣ ਦੀ ਤਿਆਰੀ 'ਚ ਆ, ਉਹ ਕੁਛ ਗੱਲਾਂ ਜ਼ਰੂਰ ਕੰਸੀਡਰ ਕਰ ਲੈਣ। ਸਭ ਤੋਂ ਪਹਿਲਾਂ ਤਾਂ ਇੱਥੋਂ ਦੇ ਭਾਈਚਾਰੇ ਨੂੰ ਵੀ ਮੈਂ ਕਹਿਣਾ ਚਾਹੁੰਦੀ ਹਾਂ ਕਿ ਜਿਹੜੇ 20 ਜਾਂ 30 ਸਾਲ ਪਹਿਲਾਂ ਆਏ ਹੋਏ ਨੇ, ਅਸੀਂ ਇੱਥੇ ਕਲਾਸ ਬਣਾ ਲਈ ਆ, ਇੱਕ ਕੈਨੇਡੀਅਨ ਸਿਟੀਜ਼ਨ, ਪਰਮਾਨੈਂਟ ਰੈਜ਼ੀਡੈਂਟ, ਫਿਰ ਵਰਕ ਪਰਮਿਟ, ਫਿਰ ਵਿਜ਼ਟਰ ਵੀਜ਼ਾ ਜਾਂ ਫਿਰ ਅੰਤਰਰਾਸ਼ਟਰੀ ਵਿਦਿਆਰਥੀ। ਅਸੀਂ ਸਾਰੇ ਉੱਥੋਂ ਹੀ ਆਏ ਹਾਂ, ਉੱਥੋਂ ਹੀ ਆ ਕੇ ਅਸੀਂ ਮਿਹਨਤਾਂ ਕੀਤੀਆਂ ਔਰ ਬਹੁਤ ਦੱਬ ਕੇ ਮਿਹਨਤਾਂ ਕੀਤੀਆਂ ਔਰ ਬਹੁਤ ਵਧੀਆ ਕਾਰੋਬਾਰ ਸਥਾਪਿਤ ਕੀਤੇ ਔਰ ਤੁਸੀਂ ਵੀ ਕਰਨੇ ਨੇ। ਆ ਕੇ ਤੁਸੀਂ ਵੀ ਇੱਥੇ ਅੱਜ ਤੋਂ 10 ਜਾਂ 20 ਸਾਲਾਂ ਵਿੱਚ ਉਹ ਚੀਜ਼, ਕਿਉਂਕਿ ਇਹਨਾਂ ਨੂੰ ਕੰਟਰੀ ਆਫ ਪੋਸੀਬਿਲਿਟੀਜ਼ ਕਿਹਾ ਜਾਂਦਾ, ਪਰ ਅਸੀਂ ਸਿਰਫ ਇੱਕ ਪੱਖ ਦੇਖਦੇ ਹਾਂ, ਦੋਨੋਂ ਪੱਖ ਨਹੀਂ ਦੇਖਦੇ। ਮਿਹਨਤ ਵੀ ਕਰਨੀ ਪੈਣੀ ਆ। ਜਦੋਂ ਤੁਸੀਂ ਇੱਥੇ ਆ ਗਏ ਤਾਂ ਪਹਿਲੀ ਸਮੱਸਿਆ ਤੁਹਾਨੂੰ ਅਕਮੋਡੇਸ਼ਨ ਦੀ। ਤੁਹਾਨੂੰ ਏਅਰਪੋਰਟ ਤੋਂ ਜਦੋਂ ਕੋਈ ਲੈ ਕੇ ਆਉਂਦਾ, ਉਸ ਤੋਂ ਬਾਅਦ ਤੁਸੀਂ ਰਹਿਣਾ ਕਿੱਥੇ ਆ। ਥੋੜ੍ਹੇ ਦਿਨਾਂ ਦੇ ਖਾਤਰ ਤੁਹਾਨੂੰ ਕੋਈ ਰੱਖ ਸਕਦਾ, ਪਰ ਉਸ ਤੋਂ ਬਾਅਦ ਤੁਹਾਨੂੰ ਉਹਦਾ ਰੈਂਟ ਦੇਣਾ ਪੈਣਾ। ਔਰ ਸ਼ੇਅਰਿੰਗ ਦੇ ਵਿੱਚ, ਜੇ ਕੈਨੇਡਾ ਦੀ ਬਰੈਂਪਟਨ ਦੀ ਗੱਲ ਕਰ ਲਈਏ ਤਾਂ ਸ਼ੇਅਰਿੰਗ ਦੇ ਵਿੱਚ $500 ਤੋਂ ਸ਼ੁਰੂਆਤ ਹੁੰਦੀ ਆ ਰੈਂਟ ਦੀ। ਆਉਣ ਸਾਰ ਜੇ ਤੁਹਾਨੂੰ ਕੰਮ ਨਹੀਂ ਮਿਲਿਆ, ਬੇਸ਼ੱਕ ਤੁਹਾਨੂੰ GIC ਮਿਲਦੀ ਆ, ਪਰ ਤੁਸੀਂ ਆਪਣਾ ਰੈਂਟ ਕੱਢਣਾ। ਔਰ ਫੀਸ ਦੀ ਗੱਲ ਦੱਸਦੀ ਹੈ ਕਿ ਇੱਥੋਂ ਦੇ ਬੋਰਨ ਬੱਚਿਆਂ ਦੀ ਰੀਸ ਨਾ ਕਰਿਓ। ਇੱਥੋਂ ਦੇ ਬੋਰਨ ਬੱਚਿਆਂ ਨੂੰ ਜੇ ਕਿਸੇ ਸਮੈਸਟਰ ਦੇ ਵਿੱਚ $4000 ਦੇਣਾ ਪੈਂਦਾ ਤਾਂ ਤੁਹਾਨੂੰ ਉਸ ਤੋਂ ਤਿੱਗਣੀ ਫੀਸ ਦੇਣੀ ਪੈਣੀ ਆ। 4000 ਦੀ ਤਿੱਗਣੀ $12000। $12000 ਜੇ ਤੁਸੀਂ ਆਪਣਾ ਫੀਸ ਦਾ ਕੱਢਣਾ ਅਤੇ ਤੁਸੀਂ 2 ਜਾਂ 3 ਸਾਲ ਦੀ ਡਿਗਰੀ ਲਈ ਆ
ਤਾਂ ਤਿਆਰੀ ਖਿੱਚ ਕੇ ਤੁਸੀਂ ਫੀਸ ਕੱਢਣੀ ਆ, ਆਪਣੇ ਮਾਂ-ਬਾਪ ਦੀ ਵੀ ਸਪੋਰਟ ਕਰਨੀ ਆ ਤੇ ਇੱਥੇ ਪੂਰੀ ਮਿਹਨਤ ਕਰਕੇ ਆਪਣੇ ਆਪ ਨੂੰ ਐਸਟੈਬਲਿਸ਼ ਕਰਨਾ। ਔਰ ਸਾਡੀਆਂ ਭੈਣਾਂ ਜਿਹੜੀਆਂ ਕਈ ਵਾਰੀ ਕਈ ਜਜ਼ਬਾਤ ਦੱਸਣ ਦੇ ਵਿੱਚ ਪਿੱਛੇ ਹੋ ਜਾਂਦੀਆਂ ਨੇ, ਕਈ ਵਾਰੀ ਲੱਗਦਾ ਕਿ ਕਿਉਂ ਅਸੀਂ ਘਰਦਿਆਂ ਨੂੰ ਜਾਂ ਆਪਣੇ ਮਾਂ-ਬਾਪ ਨੂੰ ਜਾਂ ਕਿਉਂ ਅਸੀਂ ਮਤਲਬ ਉਹਨਾਂ ਨੂੰ ਨੀਂਦ ਨਹੀਂ ਆਉਣੀ ਜੇ ਅਸੀਂ ਇਹ ਚੀਜ਼ਾਂ ਦੱਸਦੀਆਂ। ਇਹ ਚੀਜ਼ਾਂ ਜ਼ਰੂਰ ਦੱਸ ਦਿਓ। ਔਰ ਮਾਂ-ਬਾਪ ਨੂੰ ਵੀ ਮੇਰੀ ਗੁਜ਼ਾਰਿਸ਼ ਆ ਕਿ ਉਹਨਾਂ ਦੀ ਗੱਲ ਸੁਣ ਲਿਓ। ਕਈ ਵਾਰੀ ਅਸੀਂ ਸੋਚਦੇ ਹਾਂ ਬਸ ਇੱਕ ਵਾਰੀ ਜਹਾਜ਼ ਚਲੇ ਗਏ, ਇੰਡੀਆ ਤੋਂ ਜਾਂ ਪੰਜਾਬ ਤੋਂ ਬਾਹਰਲੇ ਮੁਲਕ 'ਚ ਆ ਕੇ ਉਤਰਨਾ ਹੀ ਸਾਡਾ ਡੈਸਟੀਨੇਸ਼ਨ ਨਹੀਂ ਆ। ਉਸ ਤੋਂ ਬਾਅਦ ਦੀ ਜਰਨੀ ਆਪਣੇ ਬੱਚੇ ਦੀ ਰੂਟੀਨ ਜ਼ਰੂਰ ਪੁੱਛ ਲਿਓ। ਕਿਹੜੇ ਫਰੈਂਡ ਸਰਕਲ 'ਚ ਉਹ ਰਹਿ ਰਿਹਾ। ਮੈਂ ਬਹੁਤ ਸਾਰੇ ਇਹੋ ਜਿਹੇ ਬੱਚੇ ਦੇਖੇ ਜਿਨ੍ਹਾਂ ਨੇ ਬਹੁਤ ਮਿਹਨਤਾਂ ਕੀਤੀਆਂ ਨੇ ਔਰ ਇੱਥੇ ਆ ਕੇ ਜਿਹੜੀ ਕਮਿਊਨਿਟੀ ਪਹਿਲਾਂ ਸਾਡੀ ਹੀ ਕਹਿੰਦੇ ਨਾ ਕਿ ਪੰਜਾਬੀ ਦੇ ਕੰਮ ਆਉਂਦਾ। ਸਾਡੇ ਪੰਜਾਬੀ ਭਾਈਚਾਰੇ ਨੂੰ ਅਸੀਂ ਇਹ ਗੱਲ ਮਜ਼ਾਕ 'ਚ ਨਾ ਕਹੀਏ ਔਰ ਵਾਕਈ ਅਸੀਂ ਇੱਕ ਦੂਜੇ ਦੀ ਸਪੋਰਟ ਕਰੀਏ। ਕਈ ਵਾਰੀ ਕੁਛ ਗੱਲਾਂ ਦੇ ਵਿੱਚ ਇੱਥੇ ਪਹਿਲਾਂ ਆਏ ਪੰਜਾਬੀ ਕਈ ਵਾਰੀ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਸਿਖਾਉਣ ਦੀ ਕੋਸ਼ਿਸ਼ ਦੇ ਵਿੱਚ ਉਹਨਾਂ ਦੇ ਜਜ਼ਬਾਤ ਹਰਟ ਕਰ ਦਿੰਦੇ ਨੇ। ਉਹ ਵੀ ਉੱਥੋਂ ਬਹੁਤ ਸਿੱਖ ਕੇ ਆਏ ਹੋਏ ਨੇ। ਉਹਨਾਂ ਨੂੰ ਕਿਸੇ ਚੀਜ਼ ਦੇ ਵਿੱਚ ਉਹਨਾਂ ਦੇ ਜਜ਼ਬਾਤ ਹਰਟ ਨਾ ਕਰੋ ਕਿ ਤੁਹਾਨੂੰ ਆਹ ਚੀਜ਼ ਨਹੀਂ ਪਤਾ ਜਾਂ ਤੁਹਾਨੂੰ ਜੇ ਨਹੀਂ ਵੀ ਪਤਾ ਤਾਂ ਕੋਈ ਵੀ ਆਪਣੇ ਮਾਂ ਦੇ ਪੇਟ 'ਚੋਂ ਸਿੱਖ ਕੇ ਨਹੀਂ ਆਉਂਦਾ। ਸਾਰੇ ਸਿੱਖ ਕੇ ਹੀ ਸਾਰਾ ਕੁਛ ਕਰਦੇ ਨੇ। ਸੋ ਅਸੀਂ ਇੱਕ ਦੂਜੇ ਦੀ ਬਾਂਹ ਫੜੀਏ, ਨਾ ਕਿ ਅਸੀਂ ਇੱਕ ਦੂਜੇ ਦਾ ਮਜ਼ਾਕ ਉਡਾਈਏ। ਸਾਡੇ ਹੀ ਛੋਟੇ ਭੈਣ ਭਰਾ ਨੇ ਜਿਹੜੇ ਇੱਥੇ ਉੱਥੋਂ ਆਏ ਨੇ ਤੇ ਅਸੀਂ ਆਪਣੇ ਭਾਈਚਾਰੇ ਦਾ ਨਾਂ ਵੀ ਅੱਗੇ ਲੈ ਕੇ ਜਾਣਾ। ਭਾਈਚਾਰੇ 'ਚ ਵੰਡੀਆਂ ਨਾ ਪਾਈਏ, ਉਹਨਾਂ ਦੀ ਸਪੋਰਟ ਕਰੀਏ। ਹੁਣ ਸਭ ਤੋਂ ਪਹਿਲਾਂ ਜਦੋਂ ਵੀ ਤੁਸੀਂ ਉੱਥੋਂ ਆ ਰਹੇ ਹੋ, ਸਾਡੀਆਂ ਛੋਟੀਆਂ ਭੈਣਾਂ ਵੀ ਜਿਨ੍ਹਾਂ ਨੇ ਉੱਥੇ ਬਹੁਤ ਇੱਕ ਤਰ੍ਹਾਂ ਨਾਲ ਮਹਿਲ 'ਚੋਂ ਨਿਕਲ ਕੇ ਤੁਹਾਡੀ ਮਦਰ ਨੇ ਸਾਰਾ ਕੁਛ ਬਣਾ ਕੇ ਦੇ ਦੇਣਾ। ਤੁਸੀਂ ਹੋਸਟਲ 'ਚ ਰਹਿ ਰਹੇ ਹੋ ਜਾਂ ਤੁਸੀਂ ਜਿੱਥੇ ਵੀ ਹੋ, ਮਹਿਲ 'ਚੋਂ ਇੱਕ ਤਰ੍ਹਾਂ ਨਾਲ ਤੁਸੀਂ ਬਨਵਾਸ 'ਤੇ ਚੱਲੇ ਹੋ। ਤੁਸੀਂ ਪਹਿਲੇ 4-5 ਸਾਲ ਪੂਰੀ ਮਿਹਨਤ ਕਰਨੀ ਆ, ਤਿੱਗਣੀ ਤੁਸੀਂ ਫੀਸ ਕੱਢਣੀ ਆ। ਫਿਰ ਅਕਮੋਡੇਸ਼ਨ ਦੇ ਵਿੱਚ ਤੁਸੀਂ ਰੈਂਟ ਦੇਣਾ। ਰੈਂਟ ਤੋਂ ਬਾਅਦ ਫਿਰ ਤੁਹਾਡੇ ਖਾਣ ਪੀਣ ਦਾ ਖਰਚਾ। ਟਿਫਨ ਸਰਵਿਸਿਜ਼ ਇੱਥੇ $150 ਤੋਂ $200 ਦੇ ਵਿੱਚ ਮਿਲਦੀਆਂ ਨੇ। ਟਿਫਨ ਦੇ ਵਿੱਚ ਤੁਹਾਨੂੰ 2 ਸਬਜ਼ੀਆਂ, 8 ਰੋਟੀਆਂ, ਇੱਕ ਦਹੀਂ ਦੀ ਕਟੋਰੀ ਜਾਂ ਥੋੜ੍ਹਾ ਸੈਲਡ ਇੱਕ ਦਿਨ ਦੇ ਵਿੱਚ ਇਸ ਮੀਲ ਨੂੰ ਤੁਸੀਂ ਇੱਕ ਦਿਨ ਦੇ ਵਿੱਚ ਫਿਨਿਸ਼ ਕਰਨਾ। ਅਤੇ ਕਈ ਵਾਰੀ ਉਹਦੇ 'ਚ ਵੀ ਤੁਸੀਂ ਜਿੱਥੇ ਆ ਰਹੇ ਹੋ, ਚਾਹੇ ਤੁਸੀਂ ਇੰਗਲੈਂਡ ਜਾ ਰਹੇ ਹੋ, ਚਾਹੇ ਤੁਸੀਂ ਨਿਊਜ਼ੀਲੈਂਡ ਜਾ ਰਹੇ ਹੋ, ਅਮਰੀਕਾ ਜਾ ਰਹੇ ਹੋ, ਜਿੱਥੇ ਵੀ ਤੁਸੀਂ ਨੇੜੇ ਤੇੜੇ ਜਾ ਰਹੇ ਹੋ, ਟਿਫਨ ਸਰਵਿਸ ਦਾ ਖਰਚਾ ਵੀ ਨਾਲ ਐਡ ਕਰ ਲਿਓ। ਔਰ ਕਿੱਥੋਂ ਤੁਸੀਂ ਸਰਵਿਸ ਲੈਣੀ ਆ, ਇਹ ਇੱਕ ਦੂਜੇ ਦਾ ਸਾਥ ਦੇਣਾ ਬਹੁਤ ਜ਼ਰੂਰੀ ਆ, ਕਿਉਂਕਿ ਰੈਂਟ ਦੇ ਨਾਲ ਤੁਸੀਂ ਟਿਫਨ ਦਾ ਖਰਚਾ ਵੀ ਕੱਢਣਾ। ਸ਼ੇਅਰਿੰਗ ਦੇ ਵਿੱਚ $500 ਨਾਲ ਤੁਹਾਡਾ ਟਿਫਨ ਦਾ ਖਰਚਾ। ਟਿਫਨ ਦੇ ਖਰਚੇ ਤੋਂ ਬਾਅਦ ਤੁਹਾਡੀ ਜਿਹੜੀ ਫੀਸ, ਬੇਸ਼ੱਕ ਤੁਸੀਂ 15-20 ਲੱਖ ਇੰਡੀਅਨ ਕਰੰਸੀ ਦੇ ਵਿੱਚ ਰੁਪਈਆ ਤੁਸੀਂ ਇੱਥੇ ਲਾ ਕੇ ਆਏ ਹੋ, ਤੁਹਾਨੂੰ GIC ਵੀ ਮਿਲਣੀ ਆ, ਪਰ ਫੀਸ ਤੁਸੀਂ ਤਿੱਗਣੀ ਕੱਢਣੀ ਆ। ਕਿਸੇ ਦੀ ਰੀਸ ਕਰਨ ਦੀ ਜ਼ਰੂਰਤ ਨਹੀਂ ਆ। ਜਿਹੜੇ ਪਹਿਲਾਂ ਆਏ ਹੋਏ ਆ ਜਾਂ ਜਿਨ੍ਹਾਂ ਨੇ ਸਾਰਾ ਕੁਛ ਬਣਾ ਲਿਆ, ਘਰ ਵੱਡੇ ਲੈ ਲਏ, ਗੱਡੀਆਂ ਲੈ ਲਈਆਂ, ਉਹਨਾਂ ਦੀ ਰੀਸ ਕਰਨ ਦੀ ਲੋੜ ਨਹੀਂ ਆ। ਔਰ ਮਾਂ-ਬਾਪ ਨੂੰ ਸਪੈਸ਼ਲ ਮੇਰੀ ਗੁਜ਼ਾਰਿਸ਼ ਆ ਕਿ ਕਈ ਵਾਰੀ ਜਦੋਂ ਅਸੀਂ ਨਵੀਂ ਜਗ੍ਹਾ 'ਤੇ ਆਏ ਹੁੰਦੇ ਹਾਂ, ਕਿਹੜੀਆਂ ਮਾਨਸਿਕ ਪਰੇਸ਼ਾਨੀਆਂ 'ਚੋਂ ਅਸੀਂ ਲੰਘ ਰਹੇ ਹੁੰਦੇ ਹਾਂ। ਸਿਰਫ ਇਹ ਨਾ ਸੋਚੋ ਕਿ ਤੁਸੀਂ ਤਾਂ ਹੁਣ ਕੈਨੇਡਾ ਚਲੇ ਗਏ, ਤੁਹਾਡੀ ਜ਼ਿੰਦਗੀ ਬਹੁਤ ਸਮੂਥ ਹੋ ਗਈ, ਉੱਥੇ ਤਾਂ ਹੋਰ ਤੁਹਾਨੂੰ ਕੀ ਚਾਹੀਦਾ ਸੀ। ਉਹਦੀ ਗੱਲ ਬੈਠ ਕੇ ਬੱਚੇ ਦੀ ਸੁਣ ਲਓ। ਕਿਹੜੇ ਫਰੈਂਡ ਸਰਕਲ 'ਚ ਰਹਿੰਦਾ, ਫਰੈਂਡ ਸਰਕਲ ਬਣਾਉਣਾ। ਔਰ ਮੇਰੇ ਛੋਟੇ ਭਰਾਵਾਂ ਨੂੰ ਵੀ ਇਹ ਗੁਜ਼ਾਰਿਸ਼ ਆ ਕਿ ਫਰੈਂਡ ਸਰਕਲ ਸੋਚ ਸਮਝ ਕੇ ਚੁਣਿਓ। ਇਸ ਉਮਰ 'ਚ ਬਣਾਏ ਹੋਏ ਫਰੈਂਡ ਸਰਕਲ ਨਹੀਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਦੇ 15 ਤੋਂ 20 ਸਾਲ ਨਿਰਧਾਰਿਤ ਕਰਨੇ ਆ। ਜਦੋਂ ਅਸੀਂ ਪੰਜਾਬ ਤੋਂ ਜਾਂ ਭਾਰਤ ਤੋਂ ਬਾਹਰਲੇ ਮੁਲਕਾਂ ਦੇ ਵਿੱਚ ਪੜ੍ਹਾਈ ਕਰਨ ਆਉਂਦੇ ਹਾਂ ਤਾਂ ਕਿਸ ਚੀਜ਼ ਦੀ ਤਿਆਰੀ ਕਰਨੀ ਸਾਨੂੰ ਜ਼ਰੂਰੀ ਆ। ਫਿਰ ਜਿਹੜਾ ਸਮਾਨ ਤੁਸੀਂ ਇੰਡੀਆ ਤੋਂ ਲੈ ਕੇ ਆਉਂਦੇ ਹੋ, ਆਪਣੀ ਲੋੜ ਦਾ ਸਮਾਨ ਹੀ ਲੈ ਕੇ ਆਓ। ਉਹ ਸਮਾਨ ਜਿਹੜਾ, ਕਿਉਂਕਿ ਇਹ ਬਾਹਰਲੇ ਮੁਲਕਾਂ ਦੇ ਵਿੱਚ ਜੇ ਮੌਸਮ ਇੱਥੇ ਲਗਾਤਾਰ ਬਦਲਦਾ ਰਹਿੰਦਾ, ਕੋਈ ਵੀ ਫਾਲਤੂ ਚੀਜ਼ਾਂ ਉੱਥੋਂ ਇਕੱਠੀਆਂ ਕਰਕੇ ਨਾ ਲੈ ਕੇ ਆਓ। ਇੱਥੇ ਦੇ ਮੌਸਮ ਦੇ ਹਿਸਾਬ ਨਾਲ ਉਨੀ ਕੁ ਚੀਜ਼ ਰੱਖੋ ਤਾਂ ਕਿ ਜੇ ਤੁਸੀਂ ਕਿਸੇ ਬੇਸਮੈਂਟ ਦੇ ਵਿੱਚ ਰਹਿ ਰਹੇ ਹੋ, ਬੇਸਮੈਂਟ ਤੋਂ ਬਾਅਦ ਤੁਸੀਂ ਬੇਸਮੈਂਟ ਚੇਂਜ ਕਰਨੀ ਆ, ਤੁਹਾਨੂੰ ਉਹ ਸਮਾਨ ਚੱਕਣ 'ਚ ਬਹੁਤੀ ਦਿੱਕਤ ਨਾ ਹੋਵੇ। ਕੰਮ ਦਾ ਜ਼ਰੂਰੀ ਸਮਾਨ। ਹੁਣ ਰੈਂਟ ਦੀ ਗੱਲ ਹੋ ਗਈ, ਟਿਫਨ ਦੀ ਗੱਲ ਹੋ ਗਈ। ਉਸ ਤੋਂ ਬਾਅਦ ਵੱਡੀ ਸਮੱਸਿਆ ਇੱਥੇ ਟਰਾਂਸਪੋਰਟੇਸ਼ਨ ਦੀ। ਪੰਜਾਬ 'ਚ ਇਹ ਹੁੰਦਾ ਕਿ ਅਸੀਂ ਰਿਕਸ਼ਾ ਲੈ ਲਾਂਗੇ, ਆਟੋ ਲੈ ਲਾਂਗੇ ਜਾਂ ਸਾਨੂੰ ਕੋਈ ਬਾਈਕ 'ਤੇ ਛੱਡ ਦੂਗਾ। ਇੱਥੇ ਇਸ ਤਰ੍ਹਾਂ ਦਾ ਨਹੀਂ ਹੋਊਗਾ। ਤੁਹਾਨੂੰ ਆ ਕੇ ਬੱਸ ਦਾ ਪਾਸ ਬਣਾਉਣਾ ਪੈਣਾ। ਸਿਸਟਮ ਦੇ ਵਿੱਚ ਤੁਸੀਂ ਆਪਣੇ ਇੱਕ ਦੂਜੇ ਭੈਣ ਭਰਾਵਾਂ ਤੋਂ ਵੀ ਸਿੱਖ ਸਕਦੇ ਹੋ, ਸੋਸ਼ਲ ਮੀਡੀਆ 'ਤੇ ਵੀ ਸਰਚ ਕਰ ਸਕਦੇ ਹੋ। ਇੱਕ ਦੂਜੇ ਤੋਂ ਪੁੱਛਣ ਦੀ ਬਜਾਏ ਤੁਸੀਂ ਆਪਣੇ ਫੋਨ ਦੇ ਵਿੱਚ ਹੀ ਸਰਚ ਕਰਕੇ ਲੋਕੇਸ਼ਨਸ ਦੇਖਣੀਆਂ ਨੇ। ਤੁਹਾਨੂੰ ਹੋ ਸਕਦਾ ਜੇ ਤੁਹਾਡੇ ਕੋਲ ਗੱਡੀ ਆ, ਕਈ ਭੈਣ ਭਰਾ ਸਾਡੇ ਨਵੇਂ, ਕਈ ਕਹਿੰਦੇ ਆ ਕਿ ਅੰਤਰਰਾਸ਼ਟਰੀ ਵਿਦਿਆਰਥੀ ਆ ਕੇ ਇੱਥੇ ਮਹਿੰਗੀਆਂ ਗੱਡੀਆਂ ਲੈ ਲੈਂਦੇ ਨੇ। ਉਹਦੇ 'ਚ ਵੀ ਕੋਈ ਵੱਡੀ ਗੱਲ ਨਹੀਂ ਆ। ਜੇ ਸਾਰੇ ਰਲ ਕੇ ਕੋਈ ਟਰਾਂਸਪੋਰਟੇਸ਼ਨ ਦਾ ਜ਼ਰੀਆ ਲੱਭਦੇ ਨੇ ਤਾਂ ਕੋਈ ਵੱਡੀ ਗੱਲ ਨਹੀਂ ਆ। ਇੱਕ ਦੂਜੇ ਦਾ ਸਾਥ ਦੇ ਦਿਓ। ਸ਼ੇਅਰਿੰਗ 'ਚ ਤੁਸੀਂ ਰਾਈਡ ਲੈ ਸਕਦੇ ਹੋ ਜਾਂ ਬੱਸ ਦਾ ਪਾਸ ਬਣਾ ਲਓ। ਇੱਕ ਜਗ੍ਹਾ ਤੋਂ ਤੁਸੀਂ ਦੂਜੀ ਜਗ੍ਹਾ 'ਤੇ ਜਾਣਾ, ਆਪਣੀਆਂ ਸਾਰੀਆਂ ਚੀਜ਼ਾਂ ਅਪਲਾਈ ਕਰਨੀਆਂ ਨੇ। ਪਹਿਲੇ ਮਹੀਨੇ ਦੇ ਵਿੱਚ ਹੀ ਕਈ
ਇਹੋ ਜਿਹੇ ਕੰਮ ਤੁਸੀਂ ਕਰਨੇ ਆ ਜਿਹੜੇ ਤੁਸੀਂ ਉੱਥੇ ਪੰਜਾਬ 'ਚ ਨਹੀਂ ਕੀਤੇ ਹੁੰਦੇ। ਦੂਜਾ, ਦਿਖਾਵੇ ਤੋਂ ਬਚ ਕੇ। ਦੋਸਤੀ ਦੀ ਗੱਲ ਵੀ ਮੈਂ ਜਿਵੇਂ ਕੀਤੀ ਸੀ ਕਿ ਸਾਡੇ ਛੋਟੇ ਭਰਾ ਸਾਰੇ ਸੇਮ ਫੈਮਲੀਆਂ ਤੋਂ ਨਹੀਂ ਆਉਂਦੇ, ਕਈ ਬਹੁਤ ਵੈਲ ਐਸਟੈਬਲਿਸ਼ਡ ਫੈਮਲੀਆਂ ਤੋਂ ਆਉਂਦੇ ਨੇ, ਕਈ ਮਿਡਲ ਫੈਮਲੀਆਂ ਤੋਂ ਆਉਂਦੇ ਨੇ, ਕਈਆਂ ਦੇ ਪਰਿਵਾਰਾਂ ਦੀ ਹਾਲਤ ਇਸ ਹਿਸਾਬ ਨਾਲ ਹੁੰਦੀ ਆ ਕਿ ਉਹਨਾਂ ਨੇ ਆਪਣੇ ਪਰਿਵਾਰਾਂ ਦੀ ਵੀ ਬਾਂਹ ਫੜਨੀ ਆ। ਸੋ ਕਿਸੇ ਦੀ ਰੀਸ ਕਰਨ ਦੀ ਲੋੜ ਨਹੀਂ ਆ, ਕਿਸੇ ਦੀ ਦੇਖਾ ਦੇਖੀ ਕੁਛ ਵੀ ਸੋਚਣ ਦੀ ਲੋੜ ਨਹੀਂ ਆ, ਆਪਣੇ ਦਿਮਾਗ ਤੇ ਮਾਨਸਿਕ ਪ੍ਰੈਸ਼ਰ ਪਾਉਣ ਦੀ ਕੋਈ ਲੋੜ ਨਹੀਂ ਆ ਤੁਹਾਨੂੰ। ਤੁਸੀਂ ਸਿਰਫ ਤੇ ਸਿਰਫ ਆਪਣੀ ਜਰਨੀ ਤੇ ਫੋਕਸ ਕਰਨਾ, ਦੌੜ ਤੇ ਫੋਕਸ ਕਰਨਾ। ਕਿਸੇ ਦੀ ਦੇਖਾ ਦੇਖੀ ਕੱਪੜਿਆਂ ਦੀ ਰੀਸ ਕਰਨ ਦੀ ਲੋੜ ਨਹੀਂ ਆ, ਬ੍ਰਾਂਡ ਦੀ ਰੀਸ ਕਰਨ ਦੀ ਲੋੜ ਨਹੀਂ ਆ, ਕਿਉਂਕਿ ਤੁਸੀਂ ਇੱਥੇ ਪੜ੍ਹਨ ਆਏ ਹੋ। ਪੜ੍ਹ ਕੇ ਤੁਸੀਂ ਆਪਣੇ ਆਪ ਨੂੰ ਇੱਥੇ ਵਧੀਆ ਸਿਸਟਮ ਦੇ ਵਿੱਚ ਸੈੱਟ ਕਰਕੇ ਕੱਲ੍ਹ ਨੂੰ ਤੁਸੀਂ ਇਸ ਸਿਸਟਮ ਦੇ ਵਿੱਚ 10 ਜਾਂ 15 ਸਾਲਾਂ ਬਾਅਦ ਖੁਸ਼ ਵੀ ਰਹੋਗੇ। ਪਰ ਪਹਿਲੀ ਜਰਨੀ ਦੇ ਵਿੱਚ ਪਹਿਲੇ 4-5 ਸਾਲਾਂ ਦੇ ਵਿੱਚ ਜੇ ਤੁਸੀਂ ਟਿਕ ਗਏ, ਤੁਸੀਂ ਇਸ ਦੌੜ ਦੇ ਵਿੱਚ ਆਪਣੇ ਆਪ ਨੂੰ ਤਿਆਰ ਕਰ ਲਿਆ, ਤਾਂ ਫਿਰ ਤੁਹਾਡੇ ਪੈਰ ਲੱਗਣ ਤੋਂ ਇੱਥੇ ਕੋਈ ਨਹੀਂ ਰੋਕ ਸਕਦਾ। ਪਰ ਪਹਿਲੇ 4-5 ਸਾਲ ਜਾਂ ਪਹਿਲੇ ਮਹੀਨੇ ਜਾਂ ਪਹਿਲੇ ਕੁਝ ਮਹੀਨਿਆਂ ਦੇ ਵਿੱਚ ਆਪਣੀ ਤਿਆਰੀ ਪੂਰੀ ਤਰ੍ਹਾਂ ਖਿੱਚ ਕੇ ਆਓ। ਮਾਨਸਿਕ ਤੌਰ ਤੇ ਸਾਡੀਆਂ ਕੁੜੀਆਂ, ਸਾਡੀਆਂ ਭੈਣਾਂ ਸਟਰੋਂਗ ਹੋ ਕੇ ਆਓ। ਜੇ ਤੁਹਾਨੂੰ ਲੱਗਦਾ ਕਿ ਤੁਸੀਂ ਕੋਈ ਵੀ ਗੱਲ ਆਪਣੇ ਪੇਰੈਂਟਸ ਨਾਲ ਸਾਂਝੀ ਕਰਨੀ ਆ, ਤੁਸੀਂ ਕਿਸੇ ਸ਼ੇਅਰਿੰਗ ਦੇ ਵਿੱਚ ਰਹਿ ਰਹੇ ਹੋ, ਤੁਸੀਂ ਇਹ ਵੀ ਹੋ ਸਕਦਾ ਕਿ ਤੁਸੀਂ ਆਪਣੇ ਕਲਾਸਮੇਟਸ ਨਾਲ, ਮੁੰਡਿਆਂ ਦੇ ਨਾਲ ਕੋਈ ਬੇਸਮੈਂਟ ਸ਼ੇਅਰ ਕਰ ਰਹੇ ਹੋ, ਤਾਂ ਸਾਰੇ 5 ਉਂਗਲਾਂ ਬਰਾਬਰ ਨਹੀਂ ਹੁੰਦੀਆਂ, ਸਾਰੇ ਗਲਤ ਨਹੀਂ ਹੁੰਦੇ। ਇੱਥੇ ਪਹਿਲੇ ਆਏ ਹੋਏ ਪਰਿਵਾਰ ਵੀ ਜਿਹੜੇ ਹੈਗੇ ਆ ਉਹ ਸਾਰੇ 5 ਉਂਗਲਾਂ ਬਰਾਬਰ ਨਹੀਂ ਆ, ਸਾਰੇ ਪਰਿਵਾਰ ਚੰਗੇ ਨਹੀਂ ਆ। ਹੋ ਸਕਦਾ ਤੁਹਾਡਾ ਐਕਸਪੀਰੀਅੰਸ ਕਿਸੇ ਨਾਲ ਮਾੜਾ ਹੋ ਗਿਆ ਹੋਵੇ। ਸੇਮ ਸਾਰੇ ਵਿਦਿਆਰਥੀ, ਅੰਤਰਰਾਸ਼ਟਰੀ ਵਿਦਿਆਰਥੀ ਦੇ ਵਿੱਚ ਜਿਹੜੀਆਂ ਅਸੀਂ ਕਮੀਆਂ ਕੱਢਦੀਆਂ ਉਹ ਸਾਰੇ ਨਹੀਂ ਇਸ ਤਰ੍ਹਾਂ ਦੇ ਹੁੰਦੇ। ਸੋ ਅਸੀਂ ਹਰ ਇੱਕ ਨੂੰ ਬਰਾਬਰ ਦੀ ਤੱਕੜੀ 'ਚ ਤੋਲ ਕੇ ਨਾ ਦੇਖੀਏ, ਪਰ ਅਸੀਂ ਆਪਣੀ ਦੌੜ ਦੇ ਲਈ ਆਪ ਤਿਆਰ ਜ਼ਰੂਰ ਰਹੀਏ। ਛੋਟੀਆਂ ਗੱਲਾਂ ਜਿਹੜੀਆਂ ਸਾਨੂੰ ਪੰਜਾਬ ਦੇ ਵਿੱਚ ਇੱਥੇ ਆ ਕੇ ਉਹ ਵੱਡੀਆਂ ਲੱਗਦੀਆਂ ਨੇ, ਜਾਂ ਕਈ ਚੀਜ਼ਾਂ ਅਸੀਂ ਆਪਣੇ ਮਾਂ-ਬਾਪ ਨਾਲ ਜਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਸਾਂਝੀਆਂ ਨਹੀਂ ਕਰਦੇ, ਉਹ ਸਾਂਝੀਆਂ ਕਰਨੀਆਂ ਜ਼ਰੂਰੀ ਨੇ। ਜੇ ਤੁਸੀਂ ਸਾਂਝੀਆਂ ਕਰੋਗੇ ਤਾਂ ਹੋ ਸਕਦਾ ਤੁਹਾਨੂੰ ਤੁਹਾਡਾ ਫਰੈਂਡ ਸਰਕਲ ਵੀ, ਜਾਂ ਤੁਹਾਡੇ ਭੈਣ ਭਰਾ ਵੀ, ਜਾਂ ਤੁਹਾਡੇ ਮਾਂ-ਬਾਪ ਵੀ ਉਸ ਚੀਜ਼ ਦਾ ਹੱਲ ਦੱਸ ਦੇਣ। ਅਤੇ ਮਾਂ-ਬਾਪ ਨੂੰ ਮੇਰੀ ਇੱਕ ਗੁਜ਼ਾਰਿਸ਼ ਆ, ਜਿਹੜੀ ਦੇਖਾ ਦੇਖੀ ਅਸੀਂ ਕਹਿੰਦੇ ਹਾਂ ਕਿ ਉਹਨਾਂ ਦਾ ਬੱਚਾ ਗਿਆ ਸੀ, ਉਹ ਤਾਂ ਇੰਨੇ ਚਿਰ 'ਚ ਛੇਤੀ PR ਹੋ ਗਿਆ, ਜਾਂ ਉਹ ਬੱਚੇ ਨੇ ਤਾਂ ਇੰਨੇ ਡਾਲਰ ਭੇਜਦੇ, ਉਹਨਾਂ ਨੇ ਐਡੀ ਵੱਡੀ ਕੋਠੀ ਪਾਈ ਹੋਈ ਆ, ਉਹ ਸੈੱਟ ਨੇ। ਤੁਸੀਂ ਉਸ ਦੌੜ ਨੂੰ ਕੰਪੇਅਰ ਨਾ ਕਰੋ। ਹੋ ਸਕਦਾ ਜਿਨ੍ਹਾਂ ਨੇ ਕੋਠੀ ਪਾਈ ਆ ਉਹ 10 ਸਾਲ 15 ਸਾਲ ਪਹਿਲਾਂ ਗਏ ਹੋਣ, 25 ਸਾਲ ਪਹਿਲਾਂ ਗਏ ਹੋਣ। ਹੋ ਸਕਦਾ ਜਿਹੜੇ ਬੱਚੇ ਨੇ PR ਲੈ ਲਈ ਆ, ਹੋ ਸਕਦਾ ਉਹ ਲੋਟਰੀ ਸਿਸਟਮ ਦੇ ਵਿੱਚ PR ਲੈ ਲਈ ਹੋਵੇ। ਸੋ ਮਾਨਸਿਕ ਪ੍ਰੈਸ਼ਰ ਆਪਣੇ ਬੱਚਿਆਂ ਨੂੰ ਨਾ ਦਿਓ, ਕਿਉਂਕਿ ਉਹ ਆਲਰੇਡੀ ਇੱਥੇ ਆ ਕੇ ਸਿਸਟਮ ਦੇ ਵਿੱਚ ਸੈੱਟ ਹੋ ਰਹੇ ਨੇ। ਇੱਕ ਜਗ੍ਹਾ ਤੋਂ ਜਦੋਂ ਅਸੀਂ ਦਰਖਤ ਪੱਟ ਕੇ ਦੂਜੀ ਜਗ੍ਹਾ 'ਤੇ ਲਾਉਂਦੇ ਹਾਂ ਤਾਂ ਉਸ ਨੂੰ ਵੀ ਟਾਈਮ ਲੱਗਦਾ। ਸੇਮ ਆਪਣੇ ਬੱਚਿਆਂ ਨੂੰ ਟਾਈਮ ਦਿਓ, ਉਹਨਾਂ ਦੀ ਗੱਲਬਾਤ ਜ਼ਰੂਰ ਸੁਣ ਲਿਓ। ਅਤੇ ਬਹੁਤ ਸਾਰੀਆਂ ਖਬਰਾਂ ਜਦੋਂ ਇਸ ਤਰ੍ਹਾਂ ਦੀਆਂ ਅਸੀਂ ਸਾਂਝੀਆਂ ਕਰਦੇ ਹਾਂ ਕਿ ਹੁਣ GoFundMe ਪੇਜ ਬਣ ਗਿਆ, ਔਰ ਬੱਚਾ 1 ਮਹੀਨਾ ਪਹਿਲਾਂ ਅੰਤਰਰਾਸ਼ਟਰੀ ਵਿਦਿਆਰਥਣ ਆਈ ਸੀ ਅਤੇ ਹੁਣ ਬਾਕਸ ਦੇ ਵਿੱਚ ਵਾਪਸ ਉਹ ਭਾਰਤ ਜਾ ਰਹੀ ਆ ਜਾਂ ਜਾ ਰਹੀ ਆ, ਤਾਂ ਹਰ ਇੱਕ ਦੀਆਂ ਅੱਖਾਂ ਨਮ ਹੁੰਦੀਆਂ ਨੇ। ਪਰ ਸਾਨੂੰ ਜ਼ਰੂਰਤ ਆ ਆਪਣੇ ਆਪ ਨੂੰ ਸਟਰੋਂਗ ਹੋ ਕੇ, ਆਪਣੇ ਆਪ ਨੂੰ ਮਜ਼ਬੂਤ ਰੱਖ ਕੇ ਸਾਡੇ ਛੋਟੇ ਭੈਣ ਭਰਾਵਾਂ ਨੂੰ ਇੱਥੋਂ ਦੇ ਅਸਲੀਅਤ ਦੱਸ ਦੇਣ ਦੀ। ਔਰ ਸੁਸਾਇਟੀ ਇੱਥੇ ਬਹੁਤ ਮੈਟਰ ਕਰਦੀ ਆ। ਉੱਥੇ ਜਿਹੜੀਆਂ ਅਸੀਂ ਸੋਚਦੇ ਹਾਂ ਕਿ ਉੱਥੇ ਨਸ਼ੇ ਪੱਤਿਆਂ ਤੋਂ ਬਚ ਕੇ ਅਸੀਂ ਆਪਣੇ ਬੱਚਿਆਂ ਨੂੰ ਇੱਥੇ ਵਧੀਆ ਸਿਸਟਮ 'ਚ ਸੈੱਟ ਕਰਨਾ, ਤਾਂ ਇਹ ਜ਼ਰੂਰ ਦੱਸਦੀ ਹੈ ਕਿ ਇੱਥੇ ਥੋੜੀ ਚੁਆਇਸ ਆ, ਚੰਗੇ ਫਰੈਂਡਸ ਰੱਖਣਾ ਥੋੜੀ ਚੁਆਇਸ ਆ। ਨਸ਼ੇ ਪੱਤੇ ਤੋਂ ਛੋਟੇ ਵੀਰਾਂ ਨੂੰ ਮੇਰੀ ਗੁਜ਼ਾਰਿਸ਼ ਆ ਕਿ ਆਪਣਾ ਫਰੈਂਡ ਸਰਕਲ ਇਹੋ ਜਿਹਾ ਰੱਖੋ ਕਿ ਤੁਸੀਂ ਆਪਣਾ ਦੁੱਖ ਦਰਦ ਕਿਸੇ ਨਾਲ ਸਾਂਝਾ ਕਰਨਾ, ਪਰ ਕਿਸੇ ਵੀ ਤਰ੍ਹਾਂ ਦੇ ਸਿਰਫ ਆਪਣੇ ਕੰਮ ਦਾ ਨਸ਼ਾ ਰੱਖਿਓ। ਜੇ ਤੁਸੀਂ ਆਪਣੇ ਕੰਮ ਦਾ ਨਸ਼ਾ ਰੱਖੋਗੇ ਤਾਂ ਯਕੀਨ ਜਾਣਿਓ 5 ਜਾਂ 10 ਸਾਲਾਂ ਬਾਅਦ ਤੁਸੀਂ ਖੁਦ ਇੱਥੇ ਮਹਿਸੂਸ ਕਰੋਗੇ ਕਿ ਤੁਸੀਂ ਬਹੁਤ ਕੁਝ ਪਾਇਆ। ਅਸੀਂ ਬਹੁਤ ਕੁਝ ਪਾਉਣ ਦੇ ਚੱਕਰਾਂ ਦੇ ਵਿੱਚ, ਇੱਥੇ ਆਪਣੇ ਆਪ ਨੂੰ ਸਥਾਪਿਤ ਕਰਨ ਦੇ ਵਿੱਚ ਆਪਣੇ ਮੈਂਟਲ ਪ੍ਰੈਸ਼ਰ ਕਿਸੇ ਹੋਰ ਨਸ਼ੇ 'ਤੇ ਡਿਪੈਂਡ ਕਰਕੇ ਨਾ ਪੂਰੇ ਕਰੀਏ, ਜਾਂ ਕਿਸੇ ਗਲਤ ਸੁਸਾਇਟੀ 'ਚ ਅਸੀਂ ਬਿਲਕੁਲ ਨਾ ਪਈਏ। ਆਪਣੀ ਪੜ੍ਹਾਈ 'ਤੇ ਫੋਕਸ ਕਰੀਏ, ਆਪਣੇ ਕੰਮ 'ਤੇ ਫੋਕਸ ਕਰੀਏ। ਔਰ ਯਕੀਨ ਜਾਣਿਓ ਕਿ ਜਿਹੜੇ ਬੱਚੇ ਇੱਥੇ ਪੜ੍ਹਦੇ ਨੇ, ਕੰਮ ਤੋਂ ਬਾਅਦ ਉਹਨਾਂ ਕੋਲ ਟਾਈਮ ਹੀ ਨਹੀਂ ਆ ਕਿ ਉਹ ਕਿਸੇ ਵੀ ਤਰ੍ਹਾਂ ਦੇ ਇਹੋ ਜਿਹੇ ਜਿਹੜੀਆਂ ਵੀ ਵੀਡੀਓਜ਼ ਆਉਂਦੀਆਂ ਨੇ ਉਹਨਾਂ ਦੇ ਵਿੱਚ ਜਾਣ। ਔਰ ਜਿਹੜੇ ਉੱਥੋਂ ਬਹੁਤ ਰੱਜਦੇ ਪੁੱਜਦੇ ਘਰਾਂ ਤੋਂ ਆਏ ਆ, ਉਹਨਾਂ ਤੋਂ ਵੀ, ਕਿਉਂਕਿ ਉਹਨਾਂ ਦੀ ਆਪਣੀ ਜਰਨੀ ਆ, ਤੁਹਾਡੀ ਆਪਣੀ ਜਰਨੀ ਆ। ਸੋ ਆਪਣੇ ਆਪ ਨੂੰ ਮੈਂਟਲੀ ਪ੍ਰਿਪੇਅਰ ਕਰਕੇ ਜ਼ਰੂਰ ਆਇਓ। ਟਰਾਂਸਪੋਰਟੇਸ਼ਨ, ਟਿਫਨ, ਰੈਂਟ, ਇਹ ਆਮ ਗੱਲਾਂ, ਆਮ ਮਤਲਬ ਜਿਹੜੇ ਖਰਚੇ ਤੁਹਾਡੇ ਸ਼ੁਰੂਆਤੀ ਦਿਨਾਂ ਦੇ ਵਿੱਚ ਹੋਣਗੇ, ਇਹਨਾਂ ਦੇ ਵਿੱਚ ਤੁਹਾਨੂੰ ਪੈਰ ਲਗਾਉਣ ਲਈ ਕੰਮ ਲੱਭਣਾ ਪੈਣਾ। ਔਰ ਇੱਥੇ ਆ ਕੇ ਹੋ ਸਕਦਾ ਤੁਹਾਨੂੰ ਉਹ ਕੰਮ, ਕਿਉਂਕਿ ਕਈ ਵਾਰੀ ਹੁੰਦਾ ਕਿ ਪੰਜਾਬ ਦੇ ਵਿੱਚ ਅਸੀਂ ਕੰਮਾਂ ਨੂੰ ਬਹੁਤ ਛੋਟਾ ਵੱਡਾ ਵੀ ਕਹਿੰਦੇ ਹਾਂ, ਅਤੇ ਅਸੀਂ ਉੱਥੇ ਵੀ
ਕਲਾਸ ਜਨਰੇਟ ਕੀਤੀ ਹੁੰਦੀ ਆ, ਹਾਈ ਕਲਾਸ, ਆ ਮਿਡਲ ਕਲਾਸ, ਆ ਲੋ ਕਲਾਸ, ਉਹ ਸਾਰੇ ਚੱਕਰਾਂ ਚੋਂ ਨਿਕਲ ਕੇ ਚਾਹੇ ਇੱਥੇ ਕੋਈ ਬੇਸਮੈਂਟ 'ਚ ਰਹਿ ਰਿਹਾ, ਚਾਹੇ ਕੋਈ ਮਿਲੀਅਨ ਦੇ ਘਰ 'ਚ ਰਹਿ ਰਿਹਾ, ਚਾਹੇ ਕੋਈ 2 ਪੁਆਇੰਟ ਤੋਂ ਵੀ ਉੱਪਰ ਦੇ ਮਿਲੀਅਨ ਦੇ ਘਰ 'ਚ ਰਹਿ ਰਿਹਾ, ਕੋਈ ਫਰਕ ਨਹੀਂ ਪੈਂਦਾ, ਸਾਰਿਆਂ ਲਈ ਇਹ ਸਿਸਟਮ ਇਕੁਅਲ ਬਣਿਆ ਹੋਇਆ। ਤੁਸੀਂ ਹੌਲੀ ਹੌਲੀ ਇਸ ਸਿਸਟਮ ਦੇ ਵਿੱਚ ਰਚ ਮਿਚ ਜਾਣਾ ਔਰ ਤੁਹਾਨੂੰ ਉਸ ਤੋਂ ਬਾਅਦ ਪਤਾ ਲੱਗਣਗੀਆਂ ਕਿ ਇਸ ਸਿਸਟਮ ਦੀ ਕੀ ਵਧੀਆ ਚੀਜ਼ਾਂ ਨੇ। ਕਈ ਚੀਜ਼ਾਂ ਜਿਹੜੇ ਅਸੀਂ ਉੱਥੋਂ ਦੇ ਸਿਸਟਮ ਤੋਂ ਭੱਜ ਕੇ ਹੀ ਇਹਨਾਂ ਸਿਸਟਮਾਂ ਦੇ ਵਿੱਚ ਆਏ ਹਾਂ, ਕਿਉਂਕਿ ਉੱਥੇ ਜਿਹੜੇ ਉੱਥੋਂ ਦੇ ਡਰਾਬੈਕ ਆ ਉਹਨਾਂ ਨੂੰ ਹੱਲ ਕਰਨ ਦੇ ਲਈ ਹੀ ਅਸੀਂ ਇੱਥੇ ਆਏ ਹਾਂ। ਪਰ ਉਹਦੇ ਲਈ ਇੱਕ ਦੂਜੇ ਨਾਲ ਗੱਲ ਕਰਨੀ ਜ਼ਰੂਰੀ ਆ, ਇੱਕ ਦੂਜੇ ਨਾਲ ਸਲਾਹ ਮਸ਼ਵਰਾ ਕਰਨਾ ਜ਼ਰੂਰੀ ਆ, ਤੇ ਚੁਸਤ ਚਲਾਕ ਲੋਕਾਂ ਤੋਂ ਬਚ ਕੇ। ਇੱਥੇ ਕਈ ਵਾਰੀ ਤੁਹਾਨੂੰ ਗਲਤ ਰਾਏ ਦੇਣ ਵਾਲੇ ਜਾਂ ਕਈ ਵਾਰੀ ਸਕੈਮਰਸ ਵੀ ਇੱਥੇ ਬੈਠੇ ਹੋਏ ਨੇ। ਕਈ ਕੁੜੀਆਂ ਨੇ ਮਿਹਨਤ ਕੀਤੀ, 2-2 ਸ਼ਿਫਟਾਂ ਵੀ ਲਾਈਆਂ, ਬੈਂਕ ਦੇ ਵਿੱਚ ਚੰਗੇ ਪੈਸੇ ਵੀ ਹੋ ਗਏ, ਪਰ ਉਸ ਤੋਂ ਬਾਅਦ ਉਹਨਾਂ ਨੂੰ ਕਈ ਸਕੈਮਸ ਦੇ ਵਿੱਚ ਨਾ ਉਹਨਾਂ ਨੇ ਕਾਰਡ ਕਿਤੇ ਯੂਜ਼ ਕੀਤਾ ਤੇ ਉਹਨਾਂ ਦਾ $5,000 ਜਾਂ $10,000 ਖਰਾਬ ਹੋਇਆ। ਸੋ ਸਕੈਮਰਸ ਤੋਂ ਇੱਥੇ ਬਚ ਕੇ। ਇੱਥੇ ਕਈ ਤਰ੍ਹਾਂ ਦੇ ਇਹੋ ਜਿਹੇ ਸਕੈਮ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਤੁਹਾਡੀ ਮਨੀ ਜਿਹੜੀ ਹੈਗੀ ਆ ਤੁਹਾਡੇ ਕਾਰਡ 'ਚੋਂ ਚਲੀ ਜਾਊਗੀ ਔਰ ਤੁਹਾਨੂੰ ਪਤਾ ਵੀ ਨਹੀਂ ਲੱਗੂਗਾ। ਹੋਰ ਵੀ ਕਈ ਤਰ੍ਹਾਂ ਦੇ ਸਕੈਮ, ਤੁਹਾਡੀ ਆਇਡੈਂਟੀਟੀ ਥੈਫਟ ਹੋ ਸਕਦੀ ਆ। ਸੋ ਆਪਣੇ ਆਪ ਨੂੰ ਇਹਨਾਂ ਚੀਜ਼ਾਂ ਦੇ ਲਈ ਟੈਕਨੀਕਲੀ, ਜੇ ਤੁਸੀਂ ਆਪਣਾ ਲੈਪਟਾਪ ਯੂਜ਼ ਕਰਦੇ ਹੋ ਜਾਂ ਤੁਸੀਂ ਲੈਪਟਾਪ ਉੱਥੋਂ ਲੈ ਕੇ ਆਏ ਹੋ, ਬੇਸਿਕ ਚੀਜ਼ਾਂ ਚੰਗੀ ਗੱਲ ਆ ਜੇ ਤੁਸੀਂ ਉੱਥੋਂ ਸਿੱਖ ਕੇ ਆਓਗੇ, ਜਾਂ ਤੁਸੀਂ ਮਾਨਸਿਕ ਤੌਰ 'ਤੇ ਤੁਹਾਨੂੰ ਇੰਨਾ ਕੁ ਆਈਡੀਆ ਹੋਵੇ ਕਿ ਹਾਂ ਇਹ 5-6 ਮਹੀਨੇ ਜਾਂ ਪਹਿਲੇ 5-6 ਸਾਲ ਸਾਨੂੰ ਮਿਹਨਤ ਕਰਨੀ ਪੈਣੀ ਆ। ਜੇ ਤੁਸੀਂ ਇਹ ਸੋਚ ਲੈ ਕੇ ਆਉਂਗੇ ਔਰ ਨਾਲ ਹੀ ਨਾਲ ਜਿਹੜੇ ਮਾਪੇ ਜਿਹੜੇ ਉੱਥੇ ਬੈਠੇ ਆ, ਜਿਹੜੇ ਕੰਪੇਅਰ ਕਰਦੇ ਆ, ਜਿਨ੍ਹਾਂ ਨੇ ਸਿਰਫ, ਕਿਉਂਕਿ ਅਕਸਰ ਅਸੀਂ ਪੰਜਾਬ ਦੇ ਵਿੱਚ ਫੋਨ ਕਰਦੇ ਹਾਂ ਤਾਂ ਹੁਣ ਅਸੀਂ ਚਾਹ ਪੀਂਦੇ ਸੀ ਤੇ ਹੁਣ ਆ ਫਲਾਨਾ ਆ ਗਿਆ ਤੇ ਅਸੀਂ ਚਾਹ ਬਣਾਉਣ ਲੱਗਿਆ, ਪਰ ਇਹ ਬੱਚੇ ਬਹੁਤ ਮਿਹਨਤ ਕਰਦੇ ਨੇ ਇੱਥੇ। ਔਰ ਇੱਥੇ ਜਿਹੜੇ ਬੈਠੇ ਪਰਿਵਾਰ ਨੇ ਉਹਨਾਂ ਨੂੰ ਵੀ ਮੇਰੀ ਗੁਜ਼ਾਰਿਸ਼ ਆ, ਜੇ ਤੁਸੀਂ 2 ਜਾਂ 400 ਰੈਂਟ ਘੱਟ ਕਰ ਲਓਗੇ ਜਾਂ ਹੋ ਸਕਦਾ ਥੋੜ੍ਹੀ ਬਹੁਤ ਬੱਚੇ ਦੀ ਮਦਦ ਕਰ ਦੋਗੇ, ਕਿਉਂਕਿ ਸਾਡੇ ਛੋਟੇ ਭੈਣ ਭਰਾ ਨੇ ਔਰ ਇਹਨਾਂ ਨੇ ਵੀ ਕਿੰਨੀ ਮਿਹਨਤ ਕੀਤੀ। ਔਰ ਨਾਲ ਹੀ ਨਾਲ ਜਿਹੜੇ ਕਈ ਬੱਚੇ ਇੱਥੇ ਆ ਕੇ ਇੱਥੋਂ ਦੇ ਬੋਰਨ ਬੱਚਿਆਂ ਦੀ ਰੀਸ ਕਰਦੇ ਨੇ, ਇੱਥੋਂ ਦੇ ਬੋਰਨ ਬੱਚੇ ਇਸ ਸਿਸਟਮ 'ਚ ਪੂਰੇ ਰਚੇ ਮਿਚੇ ਹੋਏ ਨੇ, ਉਹਨਾਂ ਨੂੰ ਇਸ ਸਿਸਟਮ ਦਾ ਜ਼ੀਰੋ ਤੋਂ ਲੈ ਕੇ ਸਭ ਕੁਛ ਪਤਾ। ਸੋ ਅਸੀਂ ਆ ਕੇ ਸਿੱਖਣਾ ਗਾ, ਅਸੀਂ ਦੇਖਾ ਦੇਖੀ ਕੋਈ ਇਹੋ ਜਿਹੇ ਡਿਸੀਜ਼ਨ ਨਾ ਲਈਏ, ਅਸੀਂ ਕੋਈ ਵੱਡੇ ਖਰਚਿਆਂ 'ਚ ਨਾ ਪਈਏ, ਅਸੀਂ ਸਿਰਫ ਆਪਣੀ ਪੜ੍ਹਾਈ 'ਤੇ ਫੋਕਸ ਕਰਨਾ। ਪੜ੍ਹਾਈ ਤੋਂ ਬਾਅਦ ਸਾਡਾ ਮੇਨ ਮਕਸਦ ਆਪਣੇ ਆਪ ਨੂੰ ਇੱਥੇ ਕਰਨਾ। ਕੋਈ ਵੀ ਇਹੋ ਜਿਹੀ ਗੱਲ ਜਿਹੜੀ ਤੁਹਾਨੂੰ ਤੁਹਾਡੇ ਦਿਲ ਤੇ ਸੱਟ ਮਾਰਦੀ ਆ ਜਾਂ ਤੁਹਾਨੂੰ ਕੋਈ ਬੁਰਾ ਮਹਿਸੂਸ ਕਰਵਾ ਰਿਹਾ, ਉਹ ਆਪਣੇ ਘਰਦਿਆਂ ਨਾਲ, ਆਪਣੇ ਫਰੈਂਡਸ ਨਾਲ, ਆਪਣੀ ਫੈਮਿਲੀ ਨਾਲ ਸ਼ੇਅਰ ਜ਼ਰੂਰ ਕਰੋ, ਤਾਂ ਕਿ ਇਹੋ ਜਿਹੀ ਫਿਰ ਕੋਈ ਹੋਰ ਖਬਰ ਸਾਡੇ ਸਾਹਮਣੇ ਨਾ ਆਏ। ਕਿਉਂਕਿ 1 ਮਹੀਨੇ ਦੇ ਵਿੱਚ ਇਹੋ ਜਿਹੀ ਖਬਰ ਆਉਣਾ ਸਾਡੇ ਸਾਰਿਆਂ ਦਾ ਮਨ ਦਹਿਲਾ ਰਿਹਾ। ਆਸ ਕਰਦੇ ਹਾਂ ਕਿ ਤੁਸੀਂ ਗੱਲਾਂ ਦੇ ਵਿੱਚੋਂ ਗੱਲ ਕੜੀ ਦੀ ਇਹ ਗੱਲਬਾਤ ਜ਼ਰੂਰ ਪਸੰਦ ਕੀਤੀ ਹੋਏਗੀ। ਫਿਰ ਤੋਂ ਵੱਖਰਾ ਵਿਸ਼ਾ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਜੋਸ਼ੀ ਜਜ਼ਬਾ ਹਰਮਦਾਨ ਫਤਿਹ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।